ਅੱਜ ਸੱਚੀ ਹੀ ਮੈਂ ਕੁਝ ਖਿਝ ਜਿਹੀ ਗਈ ਸੀ ਜਦੋਂ ਮੇਰੇ ਕੰਨਾਂ ਵਿੱਚ ਇੱਕ ਬਹੁਤ ਹੀ ਕੁਰੱਖਤ ਆਵਾਜ਼ ਆ ਪਈ ਸੀ। ਮੈਂ ਖਿੜਕੀ ਦਾ ਪਰਦਾ ਹਟਾ ਕੇ ਦੇਖਿਆ ਤਾਂ ਇੱਕ 45 ਸਾਲ ਦੀ ਔਰਤ ਕਹਿ ਰਹੀ ਸੀ, ਗੱਲ ਸੁਣ ਕੁੜੀਏ, ਮੈਂ ਥਾਣੇਦਾਰ ਨਾਲ ਗੱਲ ਕੀਤੀ ਹੈ। ਉਹ ਆਉਂਦਾ ਕਿ ਕੁੜੀ ਜਿਸਦਾ ਵੀ ਨਾਮ ਲਊ ਪੁਲਿਸ ਉਸਨੂੰ ਹੀ ਚੱਕੂ। ਹੁਣ ਤੂੰ ਸਿੱਧਰੀ ਨਾ ਬਣ ਤੇ ਕਰੜੀ ਜੀ ਹੋ ਕੇ ਲੈ ਦੇ ਨਾ ਸਹੁਰਿਆਂ 'ਚੋਂ ਆਪਣੇ ਥਾਣੇ ਜਾ ਕੇ ਸਿੱਧੇ ਹੋਣੇ ਨੇ। ਮੈਂ ਤੇਰੇ ਨਾਲ ਹਾਂ। ਮੇਰੇ ਦਫ਼ਤਰੀ ਕਮਰੇ ਦੇ ਨਾਲ ਲੱਗਦੀ ਪਾਰਕ ਨੁਮਾ ਜਗ੍ਹਾ ਵਿੱਚ 15 ਕੁ ਔਰਤਾਂ ਨੇ ਇੱਕ 22-23 ਸਾਲਾਂ ਧੀ ਕੁੜੀ ਜਿਸਦੇ ਇੱਕ ਹੱਥ 'ਤੇ ਪਲਸਤਰ ਲੱਗਿਆ ਹੋਇਆ ਸੀ ਨੂੰ ਭੁੰਜੇ ਜ਼ਮੀਨ 'ਤੇ ਬਿਠਾ ਰੱਖਿਆ ਸੀ। ਅੱਧੇ ਕੁ ਘੰਟੇ ਤੋਂ ਉਹ ਉਸ ਕੁੜੀ ਨੂੰ ਕੁਝ ਮਨਵਾਉਣ ਦਾ ਜ਼ੋਰ ਪਾ ਰਹੀਆਂ ਸਨ। ਉਸ ਕੁੜੀ ਨੇ ਹਾਲੇ ਵੀ ਆਪਣਾ ਸਿਰ ਨਹੀਂ ਚੁੱਕਿਆ ਸੀ। ਬਾਕੀ ਦੀਆਂ ਔਰਤਾਂ ਆਪਣਾ ਹੀ ਰੌਲਾ ਪਾ ਰਹੀਆਂ ਸਨ। ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ। ਰੋਜ਼ ਹੀ ਕੋਈ ਨਾ ਕੋਈ ਲੜਾਈ ਝਗੜੇ ਦਾ ਰੌਲਾ ਰੱਪਾ ਪਿਆ ਹੀ ਰਹਿੰਦਾ ਸੀ, ਪਰ ਅੱਜ ਮੈਨੂੰ ਕੁਝ ਜ਼ਿਆਦਾ ਹੀ ਖਿਝ ਆ ਰਹੀ ਸੀ। ਮੈਂ ਪਰਦਾ ਠੀਕ ਕਰਕੇ ਮੁੜ ਆਪਣੀ ਕੁਰਸੀ 'ਤੇ ਬੈਠ ਕੰਮ ਵਿੱਚ ਜੁਟ ਗਈ ਸੀ। 5 ਕੁ ਮਿੰਟਾਂ ਬਾਅਦ ਮੇਰੇ ਦਫ਼ਤਰ ਦਾ ਬਾਹਰ ਲੱਗਿਆ ਸ਼ੀਸ਼ੇ ਵਾਲਾ ਦਰਵਾਜ਼ਾ ਇੱਕਦਮ ਖੁੱਲ੍ਹਿਆ ਤੇ ਜ਼ੋਰ ਦੀ ਬੰਦ ਵੀ ਹੋ ਗਿਆ। ਮੈਂ ਸਿਰ ਉਠਾ ਕੇ ਦੇਖਿਆ ਤਾਂ 4 ਔਰਤਾਂ, ਜਿਨ੍ਹਾਂ ਵਿੱਚੋਂ 3 ਦੀ ਉਮਰ ਲਗਭਗ 40 ਤੋਂ 55 ਸਾਲ ਦੇ ਵਿਚਕਾਰ ਸੀ ਤੇ ਚੌਥੀ ਇੱਕ 30 ਤੋਂ 32 ਸਾਲ ਦੀ ਕੁੜੀ ਖੜੀ ਸੀ, ਜਿਸ ਨੇ ਬਹੁਤ ਹੀ ਮਰੀਅਲ ਜਿਹਾ ਬੱਚਾ ਆਪਣੀ ਕੁੱਛੜ ਚੁੱਕਿਆ ਹੋਇਆ ਸੀ। ਬੱਚੇ ਦੇ ਮੂੰਹ ਵਿੱਚ ਰਾਲ ਵਾਂਗ ਰਹੀ ਸੀ ਤੇ ਉਸ ਕੁੜੀ ਦਾ ਹਾਲ ਵੀ ਕੁਝ ਬਹੁਤਾ ਠੀਕ ਨਹੀਂ ਸੀ। ਉਹਦੇ ਵਾਲ ਪੂਰੀ ਤਰ੍ਹਾਂ ਖਿੰਡੇ ਹੋਏ ਸੀ ਤੇ ਅੱਧੇ ਸਿਰ 'ਤੇ ਚੁੰਨੀ ਲਈ ਹੋਈ ਸੀ। ਉਹਨਾਂ ਵਿੱਚੋਂ ਇੱਕ ਔਰਤ, ਜੋ ਆਉਂਦੇ ਸਾਰ ਕੁਰਸੀ 'ਤੇ ਵਿਰਾਜਮਾਨ ਹੋ ਗਈ ਸੀ, ਨੇ ਬੈਠਣ ਸਾਰ ਪੁੱਛਿਆ, ਕੁੜੀਏ, ਅਸੀਂ ਸੁਖਪਾਲ ਡਾਕਟਰਨੀ ਨੂੰ ਮਿਲਣਾ। ਹਾਂਜੀ, ਮੈਂ ਹੀ ਹਾਂ ਸੁਖਪਾਲ, ਪਰ ਮੈਂ ਡਾਕਟਰਨੀ ਨਹੀਂ ਬੇਬੇ। ਮੈਂ ਉਸ ਵੱਲ ਦੇਖਿਆ ਤੇ ਜਵਾਬ ਦੇ ਦਿੱਤਾ, ਅੱਛਾ, ਪਰ ਸਾਨੂੰ ਤਾਂ ਆਂਗਣਵਾੜੀ ਭੈਣ ਜੀ ਨੇ ਕਿਹਾ ਕਿ ਤੂੰ ਡਾਕਟਰਨੀ ਹੈ। ਅਸੀਂ ਤਾਂ ਜੁਆਕ ਦਾ ਫ੍ਰੀ ਇਲਾਜ ਕਰਾਉਣਾ। ਬੇਬੇ ਕੁਝ ਲੀਡਰ ਸੋਚ ਵਾਲੀ ਹੀ ਲੱਗੀ ਮੈਨੂੰ। ਬੇਬੇ, ਤੁਸੀਂ ਬੱਚੇ ਦੇ ਦਾਦੀ ਹੋ? ਮੈਂ ਪੁੱਛਿਆ। ਉਹ ਕੁਝ ਖਿਝ ਗਈ ਤੇ ਉਸਨੇ ਆਪਣੇ ਨਾਲ ਖੜੀ ਇੱਕ 50 ਸਾਲ ਦੀ ਔਰਤ ਵੱਲ ਇਸ਼ਾਰਾ ਕਰਦੇ ਕਿਹਾ, ਨਾ ਕੁੜੀਏ, ਇਹ ਤਾਂ ਸਾਡੇ ਘਰ ਗੋਹੇ ਕੂੜੇ ਦਾ ਕੰਮ ਕਰਦੀ ਹੈ। ਮੈਨੂੰ ਇਹਨਾਂ ਮਾੜੇ ਧੀੜੇ 'ਤੇ ਤਰਸ ਆ ਗਿਆ ਤੇ ਮੈਂ ਤਾਂ ਇਹਨਾਂ ਦੇ ਨਾਲ ਆਈ ਹਾਂ। ਇਹਨਾਂ ਗਰੀਬਣੀਆਂ ਨੂੰ ਕੌਣ ਪੁੱਛਦਾ? ਮੈਨੂੰ ਬੇਬੇ ਦੀਆਂ ਗੱਲਾਂ ਵਿੱਚੋਂ ਹੰਕਾਰ ਦੀ ਬਦਬੂ ਆ ਰਹੀ ਸੀ। ਮੈਂ ਪਿਆਰ ਨਾਲ ਪੁੱਛਿਆ, ਇਸ ਬੱਚੇ ਦੀ ਮਾਂ ਕੌਣ ਹੈ? ਬੇਬੇ ਨੇ ਬੋਲਣਾ ਚਾਹਿਆ ਤਾਂ ਮੈਂ ਹੱਥ ਦੇ ਇਸ਼ਾਰੇ ਨਾਲ ਉਸਨੂੰ ਰੋਕ ਦਿੱਤਾ ਤੇ ਨਾਲ ਖੜੀ ਔਰਤ ਨੂੰ ਪੁੱਛਿਆ, ਹਾਂਜੀ ਬੇਬੇ, ਤੁਸੀਂ ਬੱਚੇ ਦੇ ਦਾਦੀ ਹੋ? ਔਰਤ ਨੇ ਕੁਝ ਝਿਜਕਦੇ ਜਿਹੇ ਕਿਹਾ, ਹਾਂਜੀ, ਤੇ ਉਸਨੇ ਆਪਣੇ ਨਾਲ ਖੜੀ 35 ਸਾਲ ਦੀ ਔਰਤ ਦੇ ਮੋਢੇ 'ਤੇ ਹੱਥ ਧਰ ਕੇ ਕਿਹਾ, ਹਾਂ, ਇਹਦੀ ਵੱਡੀ ਬੀਬੀ। ਕੁੜੀ, ਜੋ ਹਾਲੇ ਤੱਕ ਵੀ ਅਡੋਲ ਜਿਹੀ ਖੜੀ ਸੀ, ਦੀ ਬਾਂਹ ਖਿੱਚ ਕੇ ਮੂਹਰੇ ਕਰ ਲਿਆ ਤੇ ਕਿਹਾ, ਆ ਇਹਦੀ ਮਾਂ। ਇਹ ਤਾਂ ਸਿੱਧਰੀ ਹੈ ਜੀ। ਮੈਂ ਬੱਚੇ ਦੀ ਮਾਂ ਤੇ ਦਾਦੀ ਨੂੰ ਕਮਰੇ ਵਿੱਚ ਰੁਕਣ ਤੇ ਬਾਕੀ ਦੋਨੇ ਔਰਤਾਂ ਨੂੰ ਬਾਹਰ ਖੜਾ ਹੋਣ ਲਈ ਕਿਹਾ ਤਾਂ ਕੁਰਸੀ 'ਤੇ ਬੈਠੀ ਬੇਬੇ ਨੂੰ ਕੁਝ ਬੁਰਾ ਲੱਗਿਆ ਤੇ ਉਹ ਕਾਫੀ ਔਖ ਮੰਨਦੀ ਖੜੀ ਹੋਈ ਤੇ ਮੇਰੇ ਵੱਲ ਮੂੰਹ ਕਰਕੇ ਬੋਲੀ, ਕੁੜੀਏ, ਇਹਨਾਂ ਗਰੀਬੜੀਆਂ ਨੂੰ ਕੀ ਪਤਾ? ਜੋ ਤੂੰ ਪੁੱਛਣਾ ਮੇਰੇ ਤੋਂ ਪੁੱਛ ਲੈਂਦੀ। ਮੈਂ ਹੱਸਦੇ ਹੋਏ ਪਿਆਰ ਨਾਲ ਕਿਹਾ, ਬੇਬੇ, ਮੇਰੇ ਲਈ ਕੋਈ ਅਮੀਰ ਜਾਂ ਗਰੀਬ ਨਹੀਂ। ਮੇਰੇ ਲਈ ਤੁਸੀਂ ਸਿਰਫ ਮਰੀਜ਼ ਦੇ ਰਿਸ਼ਤੇਦਾਰ ਹੋ। ਨਾਲੇ ਬੇਬੇ, ਕੁਝ ਗੱਲਾਂ ਸਿਰਫ ਮਾਂ ਜਾਂ ਦਾਦੀ ਨੂੰ ਪਤਾ ਹੁੰਦੀਆਂ, ਕਿਸੇ ਗੈਰ ਨੂੰ ਨਹੀਂ। ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਬੇਬੇ ਆਪਣਾ ਤਮਤਮਾਉਂਦਾ ਚਿਹਰਾ ਲੈ ਕੇ ਕਮਰੇ ਤੋਂ ਬਾਹਰ ਹੋ ਗਈ ਅਤੇ ਜਾਂਦੀ ਜਾਂਦੀ ਕਹਿ ਗਈ, ਚੰਗਾ ਜਗੀਰੋ, ਤੂੰ ਆ ਅਫਸਰਨੀ ਤੋਂ ਸਮਝ ਕੇ ਬਾਹਰ ਆ ਜਾਈਂ। ਮੈਂ ਬਾਹਰ ਬੈਂਚ 'ਤੇ ਬੈਠੀ ਹਾਂ। ਮੈਂ ਹੱਸ ਪਈ। ਮੇਰੇ ਹੱਸਣ ਦੀ ਆਵਾਜ਼ ਬੇਬੇ ਦੇ ਵੀ ਕੰਨੀ ਪੈ ਗਈ ਤੇ ਉਹ ਕਾਹਲੀ ਨਾਲ ਕਮਰੇ ਵਿੱਚੋਂ ਬਾਹਰ ਹੋ ਗਈ। ਮੈਂ ਬੱਚੇ ਦੀ ਦਾਦੀ ਤੇ ਮਾਂ ਨੂੰ ਕੁਰਸੀ 'ਤੇ ਬੈਠਣ ਲਈ ਕਿਹਾ। ਉਹ ਦੋਵੇਂ ਝਿਜਕਦੀਆਂ ਕੁਰਸੀ 'ਤੇ ਬੈਠ ਗਈਆਂ। ਬੇਬੇ ਨੇ ਆਪਣੇ ਹੱਥ ਫੜੇ ਲਿਫਾਫੇ ਵਿੱਚੋਂ ਇੱਕ ਨਿੱਕਾ ਜਿਹਾ ਕੱਪੜਾ ਕੱਢ ਕੇ ਕੁੜੀ ਦੇ ਹੱਥ ਦਿੰਦੇ ਕਿਹਾ, ਲੈ ਫੜ, ਇਹਦਾ ਮੂੰਹ ਸਾਫ਼ ਕਰ ਦੇ। ਕੁੜੀ ਨੇ ਕੱਪੜਾ ਫੜ ਕੇ ਬੱਚੇ ਦਾ ਮੂੰਹ ਸਾਫ਼ ਕੀਤਾ ਤੇ ਠੀਕ ਹੋ ਕੇ ਕੁਰਸੀ 'ਤੇ ਬੈਠ ਗਈ। ਮੈਨੂੰ ਬੇਬੇ ਤੋਂ ਬੱਚੇ ਦੀ ਉਮਰ ਤੇ ਬਿਮਾਰੀ ਬਾਰੇ ਪੁੱਛਣ 'ਤੇ ਪਤਾ ਲੱਗਾ
ਕਿ ਉਹ ਕੁਝ ਨਾ ਬੋਲਦਾ ਤੇ ਨਾ ਤੁਰਦਾ। ਸਾਰਾ ਦਿਨ ਇਸਦੇ ਮੂੰਹ ਵਿੱਚੋਂ ਲਾਲਾਂ ਡਿੱਗਦੀਆਂ ਤੇ ਇਹਦੀ ਗਰਦਨ ਵੀ ਨਹੀਂ ਖੜਦੀ। ਉਹਨਾਂ ਮੈਨੂੰ ਕੋਈ 2 ਸਾਲ ਪੁਰਾਣੀ ਦਿਮਾਗੀ ਸਕੈਨ ਦੀ ਰਿਪੋਰਟ ਤੇ ਕੁਝ PGI ਚੰਡੀਗੜ੍ਹ ਦੇ ਕਾਰਡ ਦਿਖਾਏ, ਜਿਸ ਵਿੱਚੋਂ ਇੱਕ ਤੇ ਸਾਫ਼ ਲਿਖਿਆ ਹੋਇਆ ਸੀ ਕਿ ਬੱਚਾ ਦਿਮਾਗੀ ਤੌਰ ਤੇ ਕਮਜ਼ੋਰ ਸੀ। ਫਿਰ ਉਹਨਾਂ ਮੈਨੂੰ ਆਂਗਣਵਾੜੀ ਵਿੱਚੋਂ ਭਰਾ ਕੇ ਲਿਆਂਦਾ ਫਾਰਮ ਵੀ ਦਿੱਤਾ। ਮੈਂ ਫਾਰਮ ਦੀ ਜਾਂਚ ਕੀਤੀ ਤਾਂ ਉਹ ਬਿਲਕੁਲ ਸਹੀ ਸੀ। ਮੈਂ ਉਹਨਾਂ ਤੋਂ ਬੱਚੇ ਦੀਆਂ ਫੋਟੋਆਂ ਤੇ ਇੱਕ ਮਾਂ ਦੀ ਫੋਟੋ ਲਈ। ਬੇਬੇ ਨੇ ਮੈਨੂੰ ਫੋਟੋਆਂ ਦੇ ਨਾਲ ਆਧਾਰ ਕਾਰਡ ਵੀ ਫੜਾ ਦਿੱਤਾ। ਮੈਂ ਬੱਚੇ ਦੀ ਮਾਂ ਦੀ ਤਰਫੋਂ ਸਵੈ ਘੋਸ਼ਣਾ ਪੱਤਰ ਭਰ ਕੇ ਉਸ ਤੇ ਉਸਦੀ ਫੋਟੋ ਲਗਾ ਦਿੱਤੀ। ਮੈਂ ਫਾਰਮ ਤੇ ਉਸਦੇ ਦਸਤਖਤ ਕਰਵਾਉਣ ਲਈ ਫਾਰਮ ਉਸ ਕੁੜੀ ਵੱਲ ਵਧਾ ਦਿੱਤਾ ਤੇ ਦਸਤਖਤ ਕਰਨ ਲਈ ਕਿਹਾ। ਬੇਬੇ ਨੇ ਉਸਦੇ ਹੱਥੋਂ ਬੱਚਾ ਫੜ ਲਿਆ। ਪਹਿਲੀ ਵਾਰ ਉਹ ਕੁੜੀ ਨੂੰ ਕੁਝ ਹੋਸ਼ ਜਿਹੀ ਆਈ ਸੀ। ਉਸਨੇ ਆਪਣੀ ਚੁੰਨੀ ਬੜੇ ਸੁਚੱਜੇ ਢੰਗ ਨਾਲ ਠੀਕ ਕੀਤੀ ਤੇ ਪੈਨ ਚੁੱਕ ਲਿਆ। ਜਿਵੇਂ ਹੀ ਉਸਨੇ ਫਾਰਮਾਂ ਤੇ ਆਪਣੇ ਦਸਤਖਤ ਕੀਤੇ, ਮੇਰੇ ਹੋਸ਼ ਉੱਡ ਗਏ। ਉਸਨੇ ਅੰਗਰੇਜ਼ੀ ਵਿੱਚ ਬੜੇ ਹੀ ਸੋਹਣੇ ਦਸਤਖਤ ਕੀਤੇ। ਉਹਦਾ ਨਾਂ ਸੀ ਸੋਨੀਆ ਰਾਣੀ। ਬੜੀ ਸੋਹਣੀ ਲਿਖਾਈ। ਮੈਂ ਬੜੀ ਸਵਾਰ ਕੇ ਉਸਦੇ ਮੂੰਹ ਵੱਲ ਤੱਕਿਆ। ਮੈਂ ਫਾਰਮ ਉੱਤੇ ਲਿਖੇ ਅੱਖਰਾਂ ਤੇ ਉਸ ਕੁੜੀ ਵੱਲ ਵਾਰ-ਵਾਰ ਦੇਖ ਰਹੀ ਸੀ। ਮੈਨੂੰ ਇਸ ਤਰ੍ਹਾਂ ਦੇਖਦੇ ਬੇਬੇ ਨੇ ਉਸ ਕੁੜੀ ਵੱਲ ਕੌੜਾ ਝਾਕਦੇ ਮੈਨੂੰ ਪੁੱਛਿਆ, ਜੀ ਇਹਨੇ ਕੁਝ ਗਲਤ ਦਸਤਖਤ ਕਰਤੇ, ਕੀ ਕਰੀਏ ਜੀ? ਆਪਣਾ ਝੱਗਾ ਚੁੱਕਦੇ ਆ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾ। ਬੜੀ ਸਿੱਧਰੀ ਹੈ, ਭੋਰਾ ਡੱਕੇ ਦੀ ਅਕਲ ਨਹੀਂ ਇਹਨੂੰ। ਨੀਰਾ ਢੋਰ ਪੱਲੇ ਪਾਤੀ ਸਾਡੇ। ਮੈਂ ਕੁਝ ਤਲਖੀ ਵਿੱਚ ਆ ਕੇ ਕਿਹਾ, ਬੇਬੇ ਇਹਨੇ ਕੁਝ ਗਲਤ ਨਹੀਂ ਕੀਤਾ, ਮੈਂ ਬਸ ਫਾਰਮ ਚੈੱਕ ਕਰ ਰਹੀ ਸੀ। ਇੰਨਾ ਸੁਣਦੇ ਬੇਬੇ ਕੁਝ ਸ਼ਰਮਸਾਰ ਜਿਹੀ ਹੋ ਗਈ। ਮੈਂ ਬੇਬੇ ਨੂੰ ਕੱਢਦੇ ਹੋਏ ਬੇਬੇ ਨੂੰ ਕਿਹਾ, ਬੇਬੇ ਤੁਸੀਂ ਆਹ ਫਾਰਮ ਦੀਆਂ ਫੋਟੋਆਂ ਕਾਪੀਆਂ ਕਰਵਾ ਕੇ ਸਾਹਮਣੇ ਨਵੇਂ ਹਸਪਤਾਲ ਵਿੱਚੋਂ ਪਰਚੀ ਕਟਵਾ ਲਿਆਓ ਤੇ ਬੱਚੇ ਦੇ ਮਾਂ ਨੂੰ ਇੱਥੇ ਛੱਡ ਦਿਓ। ਮੈਂ ਹੋਰ ਫਾਰਮ ਭਰਨਾ। ਬੇਬੇ ਨੇ ਮੇਰੇ ਤੋਂ ਫਾਰਮ ਫੜੇ ਤੇ ਆਪਣੀ ਨੂੰਹ ਨੂੰ ਘੂਰਦੀ ਹੋਈ ਬੋਲੀ, ਠੀਕ ਢੰਗ ਨਾਲ ਸਮਝ ਕੇ ਬੈਠੀ। ਬੇਬੇ ਦੇ ਜਾਣ ਬਾਅਦ ਮੈਂ ਫੌਰਨ ਆਪਣਾ ਹੱਥੀਂ ਕੰਮ ਛੱਡ ਉਸ ਕੁੜੀ ਵੱਲ ਟਿਕਟਕੀ ਲਗਾ ਕੇ ਪੁੱਛਿਆ, ਤੁਸੀਂ ਕਿੰਨੇ ਪੜ੍ਹੇ ਹੋ ਤੇ ਇਹ ਤੁਹਾਡਾ ਪਹਿਲਾ ਬੱਚਾ ਹੈ? ਉਮਰ ਕਿੰਨੀ ਹੈ ਤੁਹਾਡੀ? ਇੱਕਦਮ ਇਹਨਾਂ ਸਵਾਲਾਂ ਦੇ ਜਵਾਬ ਲਈ ਕਾਹਲੀ ਹੋ ਗਈ ਸੀ ਮੈਂ। ਉਸਨੇ ਮੇਰੇ ਵੱਲ ਪਹਿਲੀ ਵਾਰ ਤੱਕਿਆ ਤੇ ਬੋਲੀ, ਕੁਝ ਨਾ। ਮੈਂ ਉਸਨੂੰ ਪਾਣੀ ਦਾ ਗਲਾਸ ਪੀਣ ਲਈ ਦਿੱਤਾ। ਉਸਨੇ ਝਿਜਕਦੇ ਜਿਹੇ ਗਲਾਸ ਫੜਿਆ ਤੇ ਪੀ ਲਿਆ ਤੇ ਬਾਕੀ ਆਪਣੀ ਗੋਦੀ ਚੁੱਕੇ ਬੱਚੇ ਨੂੰ ਪਿਆ ਦਿੱਤਾ। ਬੋਲੀ, ਮੈਡਮ ਜੀ ਮੈਂ BA ਫਸਟ ਡਿਵੀਜ਼ਨ ਪਾਸ ਹਾਂ, ਇਹ ਮੇਰਾ ਬੱਚਾ ਨਹੀਂ। ਇੰਨਾ ਕਹਿ ਕੇ ਉਹ ਚੁੱਪ ਕਰ ਗਈ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਡਿਗਰੀ ਹੋਲਡਰ ਤੇ ਆਹ ਹਾਲਤ, ਮੇਰਾ ਸਿਰ ਸੱਚਮੁੱਚ ਚੱਕਰਾ ਰਿਹਾ ਸੀ। ਮੈਂ ਉਸਨੂੰ ਪੁੱਛਿਆ, ਇਹ ਤੁਹਾਡਾ ਬੱਚਾ ਨਹੀਂ ਤੇ ਤੁਹਾਨੂੰ ਇਹ ਸਿੱਧਰੀ ਕਿਉਂ ਕਹਿ ਰਹੇ ਨੇ? ਆਖਰ ਤੁਹਾਡੀ ਇਹ ਹਾਲਤ ਕਿਵੇਂ ਹੋਈ? ਉਸ ਕੁੜੀ ਨੇ ਮੇਰੇ ਵੱਲ ਬੜੇ ਹੀ ਗੂੰ ਨਾਲ ਦੇਖਿਆ ਤੇ ਫਿਰ ਕਮਰੇ ਵਿੱਚ ਪਈ ਹਰ ਇੱਕ ਚੀਜ਼ ਨੂੰ ਦੇਖਿਆ। ਆਖਰ ਉਸਦੀ ਨਜ਼ਰ ਆਪਣੀ ਗੋਦੀ ਸੁੱਤੇ ਪਏ ਬੱਚੇ ਤੇ ਪਈ। ਉਹ ਅਜੀਬ ਜਿਹੇ ਢੰਗ ਨਾਲ ਮੁਸਕਰਾਈ। ਮੈਨੂੰ ਲੱਗਿਆ ਸ਼ਾਇਦ ਉਹ ਰੋ ਪਏਗੀ, ਪਰ ਉਸਦੀਆਂ ਤਾਂ ਅੱਖਾਂ ਵਿੱਚ ਜਿਵੇਂ ਪਾਣੀ ਹੀ ਸੁੱਕਿਆ ਹੋਇਆ ਸੀ। ਉਸਨੇ ਕੁਝ ਸੰਭਲਦੇ ਹੋਏ ਮੇਰੇ ਵੱਲ ਵੇਖਿਆ ਤੇ ਕਹਿਣਾ ਸ਼ੁਰੂ ਕੀਤਾ, ਮੈਡਮ ਜੀ ਮੇਰੇ ਮਾਪੇ ਵਿਚਾਰੇ ਬਹੁਤ ਗਰੀਬ ਸੀ, ਪਰ ਮੈਂ ਪੜ੍ਹਨ ਤੇ ਹੁਸ਼ਿਆਰ ਸੀ, ਇਸ ਲਈ ਵਜ਼ੀਫੇ ਨਾਲ ਤੇ ਸਕੂਲ ਦੀ ਇੱਕ ਮੈਡਮ ਦੀ ਮਦਦ ਨਾਲ ਮੈਂ BA ਕੀਤੀ ਸੀ। ਸੋਚਿਆ ਸੀ ਕੋਈ ਨੌਕਰੀ ਮਿਲ ਗਈ ਤਾਂ ਬਾਪੂ ਬੇਬੇ ਦੀ ਸਾਰੀ ਗਰੀਬੀ ਦੂਰ ਕਰ ਦੇਵਾਂਗੀ, ਪਰ ਇਸ ਮੁਲਕ ਵਿੱਚ ਨੌਕਰੀ ਕਿੱਥੇ? ਮੇਰੇ ਛੋਟੇ ਭਰਾ ਦਾ ਐਕਸੀਡੈਂਟ ਹੋ ਗਿਆ, ਉਹਦੇ ਸਿਰ ਤੇ ਸੱਟ ਲੱਗੀ। ਜੋ ਕੁਝ ਵੀ ਘਰ ਵਿੱਚ ਸੀ ਸਭ ਉਹਦੇ ਇਲਾਜ ਤੇ ਲਾ ਦਿੱਤਾ, ਪਰ ਉਹਨੂੰ ਕੋਈ ਫਰਕ ਨਾ ਪਿਆ। ਡਾਕਟਰ ਰੋਜ਼ ਕੋਈ ਨਾ ਕੋਈ ਟੈਸਟ ਕਰਦੇ ਤੇ 3 ਕੁ ਦਿਨਾਂ ਬਾਅਦ ਪੈਸੇ ਭਰਵਾ ਲੈਂਦੇ। ਜਿਸ ਦਿਨ ਪੈਸੇ ਨਾ ਭਰਦੇ ਉਹਦੀ ਦਵਾਈ ਬੰਦ ਕਰ ਦਿੰਦੇ। ਬਾਪੂ ਬੇਬੇ ਨੇ ਰਿਸ਼ਤੇਦਾਰਾਂ ਤੇ ਪਿੰਡੋਂ ਮੰਗ ਇਲਾਜ ਕਰਵਾਇਆ। 1 ਸਾਲ ਬਾਅਦ ਉਹ ਨਾ ਬਚਿਆ। ਮੇਰੇ ਮਾਪਿਆਂ ਨੂੰ ਉਸਦਾ ਹੀ ਦੁੱਖ ਲੈ ਬੈਠਾ। ਤੇ ਫਿਰ ਇੱਕ ਦਿਨ ਮੇਰੀ ਇੱਕ ਮਾਸੀ ਆਈ। ਉਸਨੇ ਇੱਕ ਰਿਸ਼ਤਾ ਦੱਸਿਆ। ਬੇਬੇ ਬਾਪੂ ਦਾ ਦਿਮਾਗ ਤਾਂ ਪਹਿਲਾਂ ਹੀ ਸੁੰਨ ਸੀ। ਉਹਨਾਂ ਮਾਸੀ ਨੂੰ ਕਿਹਾ ਕਿ ਜਿਵੇਂ ਤੈਨੂੰ ਠੀਕ ਲੱਗੇ ਕਰਦੇ, ਸਾਡੇ ਕੋਲ ਲੈਣ ਦੇਣ ਨੂੰ ਤਾਂ ਕੁਝ ਹੈ ਨਹੀਂ। ਮਾਸੀ ਮੇਰੀ ਇੱਕ ਫੋਟੋ ਲੈ ਗਈ
ਤੇ ਇੱਕ ਹਫ਼ਤੇ ਬਾਅਦ ਸਾਡੇ ਘਰ 2-3 ਬੁੜੀਆਂ ਤੇ 3 ਬੰਦੇ ਆ ਗਏ। ਮੈਨੂੰ ਮਾਸੀ ਨੇ ਦੱਸਿਆ ਕਿ ਇਹ ਤੈਨੂੰ ਸ਼ਗਨ ਕਰਨ ਆਏ ਨੇ, ਬਹੁਤਾ ਨਾ ਬੋਲੀ ਕੁਝ ਤੇ ਬਸ ਸਿੱਧਰੀ ਜਿਹੀ ਹੀ ਬਣੀ ਰਹੀ। ਉਦੋਂ ਮੇਰੀ ਉਮਰ ਮਹਿਜ 21 ਸਾਲ ਦੀ ਸੀ। ਮੈਨੂੰ ਕੁਝ ਵੀ ਸਮਝ ਨਾ ਆਇਆ ਕੀ ਹੋ ਰਿਹਾ ਹੈ। ਉਹਨਾਂ ਇੱਕ 30 ਸਾਲ ਦੇ ਬੰਦੇ ਨੂੰ ਮੇਰੇ ਨਾਲ ਬਿਠਾ ਦਿੱਤਾ ਤੇ ਸਾਡੇ ਦੋਵਾਂ ਨੂੰ ਪਹਿਲਾਂ ਮਾਸੀ ਤੇ ਫਿਰ ਬਾਕੀ ਆਈਆਂ ਔਰਤਾਂ ਤੇ ਮਰਦਾਂ ਨੇ ਸ਼ਗਨ ਪਾਇਆ। ਸ਼ਗਨ ਹੋਣ ਤੋਂ ਅਗਲੇ ਹਫ਼ਤੇ ਹੀ ਮੈਨੂੰ ਮਾਸੀ ਨੇ 5 ਸੂਟ ਤੇ ਪੈਰਾਂ ਦੀਆਂ ਝਾਂਜਰਾਂ ਲਿਆ ਦਿੱਤੀਆਂ ਤੇ ਮੈਨੂੰ ਦੱਸਿਆ ਕਿ ਆਹ ਤੇਰੀ ਵਰੀ ਹੈ, ਤੂੰ ਬਸ ਕੱਲ੍ਹ ਨੂੰ ਤਿਆਰ ਹੋਣਾ, ਤੇਰੇ ਵਿਆਹ ਹੈ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਭੁੱਬੀ ਰੋਈ, ਪਰ ਮੇਰਾ ਰੋਣਾ ਕੌਣ ਸੁਣਦਾ ਸੀ। ਅਗਲੇ ਦਿਨ 8-10 ਜਣੇ ਆਏ ਤੇ ਮੈਨੂੰ ਵਿਆਹ ਕੇ ਲੈ ਆਏ। ਮੈਂ ਜਦ ਗੱਡੀ ਵਿੱਚੋਂ ਉਤਰੀ ਤਾਂ ਨਾ ਕੋਈ ਮੇਲ ਨਾ ਕੋਈ ਗੇਲ ਸੀ, ਬਸ ਕੁਝ ਔਰਤਾਂ ਸੀ ਤੇ ਮੇਰੀ ਸੱਸ ਮੇਰੇ ਕੋਲ ਆਈ ਤੇ ਮੇਰੀ ਮਾਸੀ ਨੂੰ ਬਾਹੋਂ ਫੜ ਲੈ ਗਈ। ਮੇਰੀ ਮਾਸੀ ਖਚਰੀ ਜਿਹੀ ਹਾਸੀ ਹੱਸਦੀ ਆਈ। ਉਸਦੇ ਹੱਥ ਇੱਕ ਸੂਟ ਤੇ ਕੰਬਲ ਚੁੱਕਿਆ ਹੋਇਆ ਸੀ। ਮੈਨੂੰ ਸਮਝ ਆ ਗਈ ਸੀ ਕਿ ਇਹ ਮਾਸੀ ਨੂੰ ਵਿਚੋਲਗੀ ਮਿਲੀ ਹੈ। ਮਾਸੀ ਮੇਰੇ ਕੋਲ ਬੈਠੀ ਤੇ ਮੈਨੂੰ ਕਹਿੰਦੀ, ਦੇਖ ਧੀਏ, ਤੇਰਾ ਹੁਣ ਇਹੀ ਘਰ ਹੈ, ਇੱਥੇ ਬਹੁਤਾ ਨਾ ਆਪਣੀ ਪੜ੍ਹਾਈ ਲਿਖਾਈ ਦਾ ਰੌਲਾ ਪਾਈ, ਬਸ ਸਿੱਧਰੀ ਜਿਹੀ ਹੀ ਰਹੀ, ਬਾਕੀ ਰੱਬ ਭਲੀ ਕਰੂ। ਮਾਸੀ ਇੰਨਾ ਕਹਿ ਮੇਰਾ ਸਿਰ ਪਲੋਸ ਗਈ। ਮੈਨੂੰ ਵਿਆਹ ਦੇ ਦੂਜੇ ਦਿਨ ਮੈਨੂੰ ਪਤਾ ਲੱਗਿਆ ਕਿ ਮੇਰੇ ਘਰ ਵਾਲੇ ਦਾ ਇਹ ਦੂਜਾ ਵਿਆਹ ਹੈ ਤੇ ਮੇਰੇ ਘਰ ਵਾਲੇ ਦੀ ਪਹਿਲੀ ਘਰਵਾਲੀ ਆਪਣੇ 5ਵੇਂ ਬੱਚੇ ਨੂੰ ਜਨਮ ਦੇਣ ਸਾਰ ਮਰ ਗਈ ਸੀ। ਮੇਰੀ ਸੱਸ ਨੇ ਮੇਰੇ ਕੋਲ ਆਈ ਤੇ ਮੇਰੇ ਕੋਲ 3 ਕੁੜੀਆਂ ਨੂੰ ਖੜਾ ਕਰ ਦਿੱਤਾ ਤੇ ਇਹ ਹੁਣ ਤੇਰੀਆਂ ਕੁੜੀਆਂ ਨਾਲ ਹੀ ਉਸਨੇ ਆਪਣੀ ਗੋਦੀ ਚੁੱਕੇ ਇਸ ਜਵਾਕ ਨੂੰ ਮੇਰੀ ਗੋਦੀ ਪਾਉਂਦੇ ਕਿਹਾ, ਇਹ ਤੇਰਾ ਮੁੰਡਾ। ਧੀਏ, ਤੂੰ ਇਸ ਘਰ ਦੀ ਨੂੰਹ ਧੀ ਹੈ ਤੇ ਇਹਨਾਂ ਦੀ ਮਾਂ। ਮੈਂ ਤਾਂ ਨਦੀ ਕਿਨਾਰੇ ਰੁੱਖ ਹਾਂ, ਇਹਨਾਂ ਦਾ ਪਾਲਣ ਵੀ ਤੂੰ ਹੀ ਕਰਨਾ। ਉਸ ਦਿਨ ਹੀ ਮੈਂ ਆਪਣੀ ਸੱਸ ਨੂੰ ਸਿਆਣੀ ਲੱਗੀ ਸੀ। ਫਿਰ ਰਾਤ ਦਿਨ ਰੋਂਦੀ ਕਿ ਆਖਰ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ। ਇੱਕ ਦਿਨ ਮੈਂ ਬਾਹਰ ਬੈਠੀ ਕੱਪੜੇ ਧੋ ਰਹੀ ਸੀ ਕਿ ਇੱਕ ਗੁਆਂਢਣ ਆਈ ਤੇ ਬੇਬੇ ਨੂੰ ਬੋਲ ਕੇ ਕਹਿੰਦੀ, ਤੂੰ ਤਾਂ ਕਹਿੰਦੀ ਸੀ ਕਿ ਇਹ ਸਿੱਧਰੀ ਹੈ, ਇਹ ਤਾਂ ਮੈਨੂੰ ਸਿਆਣੀ ਲੱਗਦੀ ਹੈ। ਮੈਨੂੰ ਇਹ ਗੱਲ ਸੁਣ ਕੇ ਪਤਾ ਲੱਗਿਆ ਕਿ ਮਾਸੀ ਨੇ ਝੂਠ ਬੋਲ ਕੇ ਮੇਰਾ ਰਿਸ਼ਤਾ ਕਰਵਾਇਆ ਸੀ ਕਿ ਮੈਂ ਸਿੱਧਰੀ ਹਾਂ ਤੇ ਕਦੇ ਕੁਝ ਨਹੀਂ ਕਹਾਂਗੀ। ਤੇ ਸੱਚੀ ਉਸ ਦਿਨ ਮੇਰਾ ਸਭ ਕੁਝ ਖਤਮ ਹੋ ਗਿਆ। ਤੇ ਫਿਰ ਜੇ ਮੈਂ ਕਦੇ ਕੁਝ ਬੋਲਣਾ ਚਾਹਿਆ ਤਾਂ ਮੈਨੂੰ ਇਹ ਕਹਿ ਕੇ ਚੁੱਪ ਕਰਵਾਇਆ ਗਿਆ ਕਿ ਤੂੰ ਤਾਂ ਸਿੱਧਰੀ ਹੈ ਤੇ ਸਿੱਧਰੀ ਬਣ ਕੇ ਰਹਿ, ਜ਼ਿਆਦਾ ਸਿਆਣਪ ਵਰਤਣ ਦੀ ਲੋੜ ਨਹੀਂ। ਇੰਨਾ ਕਹਿ ਕੇ ਉਹ ਕੁੜੀ ਇੱਕਦਮ ਸ਼ਾਂਤ ਹੋ ਗਈ। ਮੈਂ ਸੱਚਮੁੱਚ ਹੀ ਹੈਰਾਨ ਤੇ ਪਰੇਸ਼ਾਨ ਸੀ ਕਿ ਕੋਈ ਇੰਨਾ ਕਿਵੇਂ ਸਹਿ ਸਕਦਾ ਹੈ। ਮੈਂ ਹਾਲੇ ਵੀ ਉਸਦੇ ਮੂੰਹ ਵੱਲ ਦੇਖ ਰਹੀ ਸੀ ਕਿ ਅਚਾਨਕ ਉਹ ਬੋਲੀ, ਮੇਰੀ ਗਰੀਬੀ ਦਾ ਲਾਭ ਉਠਾਇਆ। ਮਾਸੀ ਵਰਗੇ ਸਵਾਰਥੀ ਲੋਕ ਉਠਾਉਂਦੇ ਨੇ ਤੇ ਮੇਰੇ ਵਰਗੀ ਮਜਬੂਰ ਨੂੰ ਸਿੱਧਰੀ ਤੀਵੀਂ ਬਣਨਾ ਪੈਂਦਾ ਹੈ। ਮੈਂ ਹੈਰਾਨ ਸੀ ਕਿ ਆਖਰ ਦੋਸ਼ ਕਿਸ ਦਾ ਸੀ ਤੇ ਕਿਸ ਸਮਾਜ ਦਾ ਅੰਗ ਹਾਂ ਅਸੀਂ। ਮੈਂ ਹਾਲੇ ਸੋਚ ਹੀ ਰਹੀ ਸੀ ਕਿ ਉਸਦੀ ਸੱਸ ਫਾਰਮ ਤੇ ਪਰਚੀ ਲੈ ਕੇ ਅੰਦਰ ਆ ਗਈ ਸੀ ਤੇ ਆਉਣ ਸਾਰ ਉਸਨੇ ਉਸ ਨੂੰ ਜਾ ਸਿੱਧਰੀਏ, ਬਾਹਰ ਜਾ ਕੇ ਇਹਨੂੰ ਆਹ ਲਿਫਾਫੇ 'ਚ ਫਲੂਟ ਰੱਖਿਆ ਖਵਾ ਦੇ। ਬੇਬੇ ਦੀ ਇੰਨੀ ਗੱਲ ਸੁਣ ਕੇ ਮੇਰੇ ਵੀ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਆਪ ਮੁਹਾਰੇ ਕਹਿ ਬੈਠੀ, ਬੇਬੇ ਇਹ ਸਿੱਧਰੀ ਤੀਵੀਂ ਹੀ ਹੈ, ਆਪਣਾ ਆਪ ਭੁਲਾ ਕੇ ਤੇਰੇ ਘਰ ਨੂੰ ਵਸਾ ਰਹੀ ਹੈ। ਧੰਨਵਾਦ ਤੁਹਾਡਾ ਸਾਰਿਆਂ ਦਾ ਕਹਾਣੀ ਸੁਣਨ ਲਈ। ਜੇ ਤੁਹਾਨੂੰ ਕਹਾਣੀ ਥੋੜ੍ਹੀ ਜਿਹੀ ਵੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ।